ਬਾਬਾ ਕੁੰਮਾ ਮਾਸ਼ਕੀ ਜੀ ਦੀ ਯਾਦਗਾਰ ਦੇ ਦਰਸ਼ਨ ਕਰਕੇ ਹੁਣ ਅਸੀਂ ਰਵਾਨਾ ਹੋਏ ਆਪਣੇ ਅਗਲੇ ਪੜਾਅ ਤੇ। ਬਾਬੇ ਨਾਨਕ ਦੇ ਸਰਬ ਸਾਂਝੀ ਵਾਲਤਾ ਦੇ ਸੁਨੇਹੇ ਤੇ ਪਹਿਰਾ ਦੇ ਰਹੀ ਪੰਜਾਬ ਸਰਕਾਰ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਿੰਦੂ ਭਾਈਚਾਰੇ ਲਈ ਵੀ ਵੱਡੇ ਐਲਾਨ ਕੀਤੇ ਨੇ। ਪਵਿੱਤਰ ਰਾਮਾਇਣ, ਮਹਾਭਾਰਤ ਅਤੇ ਸ਼੍ਰੀਮਦ ਭਗਵਤ ਗੀਤਾ ਦੇ ਉੱਪਰ ਖੋਜ ਕੇਂਦਰ ਸਥਾਪਿਤ ਕੀਤੇ ਜਾ ਰਹੇ ਨੇ। ਭਗਵਾਨ ਪਰਸ਼ੂਰਾਮ ਦੇ ਤਪ ਸਥਾਨ ਪਿੰਡ ਖਾਟੀ ਦੇ ਵਿੱਚ ਮੱਥਾ ਟੇਕਣ ਦੇ ਬਾਅਦ ਸੀਐਮ ਚੰਨੀ ਨੇ ਇਹ ਐਲਾਨ ਕੀਤੇ ਅਤੇ ਕਿਹਾ ਹੈ ਕਿ ਰਿਸਰਚ ਨੂੰ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵਰਲਡ ਲੈਵਲ ਰਿਸਰਚ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਉਹ ਚਾਹੁੰਦੇ ਨੇ ਕਿ ਰਾਮਾਇਣ, ਮਹਾਭਾਰਤ ਤੇ ਸ਼੍ਰੀਮਦ ਭਗਵਤ ਗੀਤਾ ਸਦੀਆਂ ਤੋਂ ਮਨੁੱਖਤਾ ਦੀ ਪ੍ਰੇਰਨਾ ਦਾ ਸਰੋਤ ਰਿਹਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਸ ਦੇ ਅਸਰ ਨੂੰ ਪਹੁੰਚਾਇਆ ਜਾਣਾ ਚਾਹੀਦਾ ਹੈ। ਮੇਰਾ ਬਚਪਨ ਤੋਂ ਸੋਚ ਹੈ ਸ਼੍ਰੀ ਭਗਵਤ ਗੀਤਾ ਤੇ ਆਪਣਾ ਇੱਕ ਅਧਿਐਨ ਸੈਂਟਰ, ਇੱਕ ਮਹਾਭਾਰਤ ਦੇ ਅਧਿਐਨ, ਇੱਕ ਰਾਮਾਇਣ ਦੇ ਅਧਿਐਨ ਸੈਂਟਰ ਹੋਵੇ। ਸੋ ਅਸੀਂ ਹੁਣ ਪੰਜਾਬ ਦੇ ਵਿੱਚ ਇੱਕ ਵੱਡੀ ਜਗ੍ਹਾ ਲੈ ਕੇ ਇਹ ਰਿਸਰਚ ਸੈਂਟਰ ਹੋਵੇ। ਪੰਜਾਬ ਸਰਕਾਰ ਸਭ ਧਰਮਾਂ ਦਾ ਤੇ ਭਾਈਚਾਰਿਆਂ ਦਾ ਸਤਿਕਾਰ ਕਰਦੇ ਹੋਏ ਪੰਜਾਬ ਨੂੰ ਇਕਜੁੱਟ ਕਰਕੇ ਤਰੱਕੀ ਦੇ ਰਾਹ ਪਾ ਰਹੀ ਹੈ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ। ਸਾਨੂੰ ਦੱਸਿਆ ਗਿਆ ਕਿ ਇਸ ਪਿੰਡ ਦੇ ਵਿੱਚ ਹੀ ਇੱਕ ਇਤਿਹਾਸਕ ਦਰਖਤ ਵੀ ਮੌਜੂਦ ਹੈ ਜਿਸ ਦੇ ਨਾਲ ਬਾਬਾ ਕੁੰਮਾ ਮਾਸ਼ਕੀ ਜੀ ਆਪਣੀ ਬੇੜੀ ਬੰਨਿਆ ਕਰਦੇ ਸਨ। ਪਰ ਉਸ ਤੋਂ ਵੀ ਵੱਡਾ ਇਤਿਹਾਸ ਇਹ ਹੈ ਕਿ ਜਿਸ ਦਿਨ ਗੰਗੂ ਬਾਮਨ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਨੂੰ ਲਿਜਾਣ ਦੇ ਲਈ ਬਾਬਾ ਕੁੰਮਾ ਮਾਸ਼ਕੀ ਜੀ ਦੇ ਕੋਲ ਆਇਆ ਤਾਂ ਬਾਬਾ ਕੁੰਮਾ ਮਾਸ਼ਕੀ ਜੀ ਇਹਨਾਂ ਤਿੰਨੇ ਰੱਬੀ ਰੂਹਾਂ ਨੂੰ ਆਪਣੀ ਚੁੱਗੀ ਤੋਂ ਲੈ ਕੇ ਬੇੜੀ ਦੇ ਵਿੱਚ ਬਿਠਾ ਕੇ ਉਸ ਪਿਲਕਨ ਦੇ ਦਰਖਤ ਤੱਕ ਲੈ ਕੇ ਆਏ। ਇਹਨਾਂ ਤਿੰਨਾਂ ਰੱਬੀ ਰੂਹਾਂ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਪਿਲਕਨ ਦਾ ਇਹ ਦਰਖਤ ਤੇ ਇਸ ਦੀ ਆਲੇ ਦੁਆਲੇ ਦੀ ਉਹ ਧਰਤੀ ਵੀ ਪਵਿੱਤਰਤਾ ਦਾ ਅਹਿਸਾਸ ਦਿਵਾਉਂਦੀ ਹੈ। ਇਸੇ ਲਈ ਇਸ ਪਿਲਕਨ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਬੜੇ ਉਤਸ਼ਾਹ ਦੇ ਨਾਲ ਅਸੀਂ ਚੱਲ ਪਏ ਇਹਨਾਂ ਉੱਬੜ ਖਾਬੜ ਭਰੇ ਰਾਹਾਂ ਦੇ ਉੱਪਰ। ਇਸ ਤੋਂ ਪਹਿਲਾਂ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸਨ ਬਾਬਾ ਕੁੰਮਾ ਮਾਸ਼ਕੀ ਜੀ ਦੇ ਘਰ ਦੇ, ਜਿੱਥੇ ਕਿ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਬਿਤਾਈ ਸੀ। ਸੋ ਅਗਲੇ ਦਿਨ ਕਿਉਂਕਿ ਜਿਵੇਂ ਹੀ ਗੰਗੂ ਬਾਮਨ ਨੂੰ ਪਤਾ ਲੱਗਦਾ ਹੈ ਕਿ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦੇ ਬਾਬਾ ਕੁੰਮਾ ਮਾਸ਼ਕੀ ਜੀ ਦੇ ਠਹਿਰੇ ਸਨ ਤੇ ਗੰਗੂ ਬਾਮਨ ਅਗਲੇ ਹੀ ਦਿਨ ਉਹਨਾਂ ਨੂੰ ਲਿਜਾਣ ਦੇ ਲਈ ਉੱਥੇ ਪਹੁੰਚ ਜਾਂਦਾ ਹੈ। ਤੇ ਅਸੀਂ ਇਸ ਵੇਲੇ ਜਿਸ ਥਾਂ ਤੇ ਮੌਜੂਦ ਹਾਂ ਇਸ ਨੂੰ ਜਾਣਿਆ ਤਾਂ ਪਿੰਡ ਚੱਕ ਢੇਰਾਂ ਦੇ ਨਾਲ ਜਾਂਦੇ, ਪਰ ਜਿਸ ਥਾਂ ਤੇ ਅਸੀਂ ਮੌਜੂਦ ਹਾਂ ਇੱਥੇ ਉਹੀ ਦਰਖਤ ਜਿਹੜਾ ਮੌਜੂਦ ਹੈ ਜਿੱਥੇ ਕਿ ਬਾਬਾ ਕੁੰਮਾ ਮਾਸ਼ਕੀ ਜੀ ਉਸ ਵੇਲੇ ਆਪਣੀ ਬੇੜੀ ਜਿਸ ਦਰਖਤ ਦੇ ਨਾਲ ਬੰਨਿਆ ਕਰਦੇ ਸਨ। ਕਿਉਂਕਿ ਜਿਵੇਂ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਆਪ ਜੀ ਨੂੰ ਦੱਸਿਆ ਕਿ ਇਹਨਾਂ ਥਾਵਾਂ ਦਾ ਜ਼ਿਕਰ ਇਤਿਹਾਸ ਦੇ ਵਿੱਚ ਤਾਂ ਜ਼ਰੂਰ ਆਉਂਦਾ ਸੀ, ਪਰ ਇਸ ਦੀ ਕਦੇ ਕਿਸੇ ਨੇ ਭਾਲ ਨਹੀਂ ਕੀਤੀ। ਜਦੋਂ ਇਹੀ ਜਾਣਕਾਰੀ ਜਿਹੜੀ ਹੈ ਉਹ ਸੁਰਿੰਦਰ ਸਿੰਘ ਖਾਲਸਾ ਜੀ ਹੋਰਾਂ ਦੇ ਕੋਲ ਆਉਂਦੀ ਹੈ, ਭਾਵੇਂ ਉਹ ਨਿੱਜੀ ਤੌਰ ਤੇ ਜ਼ਿਮੀਂਦਾਰ ਨੇ, ਖੇਤੀਬਾੜੀ ਦਾ ਕੰਮ ਕਰਦੇ ਨੇ, ਪਰ ਖਾਲਸਾ ਜੀ ਦੀ ਬਦੌਲਤ ਅੱਜ ਅਸੀਂ ਇਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਪਾ ਰਹੇ ਹਾਂ। ਤੇ ਇਸ ਵੇਲੇ ਜਿਸ ਤੁਸੀਂ ਇਤਿਹਾਸਕ ਦਰਖਤ ਤੇ ਦਰਸ਼ਨ ਕਰ ਰਹੇ ਹੋ, ਆਖਿਆ ਜਾਂਦਾ ਕਿ ਇਹੀ ਪਿਲਕਨ ਦਾ ਉਹ ਇਤਿਹਾਸਕ ਦਰਖਤ ਹੈ ਜਿਸ ਦੇ ਨਾਲ ਉਸ ਵੇਲੇ ਬਾਬਾ ਕੁੰਮਾ ਮਾਸ਼ਕੀ ਜੀ ਆਪਣੀ ਬੇੜੀ ਬੰਨਿਆ ਕਰਦੇ ਸਨ। ਤੇ ਇਤਿਹਾਸ ਆਖਦਾ ਹੈ ਕਿ ਜਦੋਂ ਗੰਗੂ ਬਾਮਨ ਛੋਟੇ ਸਾਹਿਬਜ਼ਾਦਿਆਂ ਤੇ ਦਾਦੀ ਮਾਂ ਨੂੰ ਲਿਜਾਣ ਦੇ ਲਈ, ਕਿਉਂਕਿ ਉਸ ਦਾ ਪਿੰਡ ਸਹੇੜੀ ਦੱਸਿਆ ਜਾਂਦਾ, ਤਾਂ ਉੱਥੇ ਤੱਕ ਲਿਜਾਣ ਦੇ ਲਈ ਇੱਥੇ ਆਏ ਸਨ, ਤਾਂ ਬਾਬਾ ਕੁੰਮਾ ਮਾਸ਼ਕੀ ਜੀ ਅਗਲੀ ਸਵੇਰ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਬੇੜੀ ਦੇ ਵਿੱਚ ਬਿਠਾ ਕੇ ਇੱਥੇ ਕਿਨਾਰੇ ਤੇ ਲੈ ਕੇ ਆਉਂਦੇ ਨੇ। ਕਿਉਂਕਿ ਕਿਸੇ ਵੇਲੇ ਇੱਥੇ ਸਤਲੁਜ ਦਰਿਆ ਵਹਿੰਦਾ ਸੀ, ਜੋ ਕਿ ਅੱਜ ਕੱਲ੍ਹ ਇੱਥੋਂ ਕਾਫੀ ਦੂਰ ਹਟ ਕੇ ਹੁਣ ਵਹਿੰਦਾ, ਜਿੱਥੇ ਕਿ ਸਰਸਾ ਅਤੇ ਸਤਲੁਜ ਦਾ ਸੁਮੇਲ ਹੋ ਜਾਂਦਾ। ਕਿਉਂਕਿ ਸਰਸਾ ਨਦੀ ਜਿਹੜੀ ਪਿੱਛੋਂ ਤੋਂ ਆਉਂਦੀ ਹੈ ਉਹ ਇਸੇ ਪਿੰਡ ਜਿਹੜਾ ਚੱਕ ਢੇਰਾ ਹੈ ਉਹਦੇ ਨੇੜੇ ਜਿੱਥੇ ਦਰਿਆ ਵਗਦਾ
ਤੇ ਉਹਦੇ ਵਿੱਚ ਉਸ ਦਾ ਸੁਮੇਲ ਹੋ ਜਾਂਦਾ, ਉਸ ਦੇ ਵਿੱਚ ਸਮਾ ਜਾਂਦੀ ਹੈ। ਤੇ ਜਦੋਂ ਸੁਰਿੰਦਰ ਸਿੰਘ ਖਾਲਸਾ ਜੀ ਹੋਰਾਂ ਵੱਲੋਂ ਇਸ ਪਵਿੱਤਰ ਦਰਖਤ ਦੀ ਭਾਲ ਕੀਤੀ ਗਈ, ਕਿਉਂਕਿ ਕਾਫੀ ਘਾਲਣਾ ਉਹਨਾਂ ਨੂੰ ਇਸ ਸਮੇਂ ਦੌਰਾਨ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਕਾਫੀ ਜਹਿਦ ਤੋਂ ਬਾਅਦ ਜਦੋਂ ਖਾਲਸਾ ਜੀ ਵੱਲੋਂ ਇਸ ਦਰਖਤ ਦੀ ਭਾਲ ਕਰ ਲਈ ਜਾਂਦੀ ਹੈ ਤਾਂ ਉਹਨਾਂ ਵੱਲੋਂ ਜਿਹੜਾ ਇੱਥੇ ਇੱਕ ਗੁਰੂ ਘਰ ਦਾ ਜਿਹੜਾ ਉੱਥੇ ਪ੍ਰਬੰਧ ਕੀਤਾ ਜਾਂਦਾ, ਕਿਉਂਕਿ ਇਹ ਵੀ ਇੱਕ ਇਤਿਹਾਸਕ ਸਥਾਨ ਹੈ ਜਿਸ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਉਹਨਾਂ ਦੀ ਬਦੌਲਤ ਹੀ ਅੱਜ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਆ ਉਹ ਇਸ ਦੇ ਦਰਸ਼ਨ ਕਰ ਰਹੀਆਂ ਨੇ। ਸੋ ਜਿਵੇਂ ਹੀ ਪਤਾ ਚੱਲਦਾ ਕਿ ਇੱਥੇ ਇੱਕ ਇਤਿਹਾਸਕ ਸਥਾਨ ਹੈ, ਅਜੇ ਵੀ ਉਹ ਦਰਖਤ ਮੌਜੂਦ ਹੈ, ਤਾਂ ਇਸ ਦੀ ਮਹਾਨਤਾ ਨੂੰ, ਇਸ ਦੀ ਮਹੱਤਤਾ ਨੂੰ ਵੇਖਦੇ ਹੋਏ ਇੱਥੇ ਇੱਕ ਗੁਰੂ ਘਰ ਦਾ ਜਿਹੜਾ ਨਿਰਮਾਣ ਕੀਤਾ ਗਿਆ, ਜਿਸ ਨੂੰ ਗੁਰਦੁਆਰਾ ਪਿਲਕਨ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੇ ਉਹ ਪਿਲਕਨ ਦਾ ਦਰਖਤ ਵੀ ਅਜੇ ਵੀ ਇਸ ਥਾਂ ਤੇ ਮੌਜੂਦ ਹੈ। ਤੇ ਜਿਵੇਂ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਬਾਬਾ ਕੁੰਮਾ ਮਾਸ਼ਕੀ ਜੀ ਦੇ, ਜਿੱਥੇ ਕਿ ਉਹਨਾਂ ਦਾ ਘਰ ਹੋਇਆ ਕਰਦਾ ਸੀ, ਤਾਂ ਉੱਥੋਂ ਜਦੋਂ ਇੱਥੇ ਲੈ ਕੇ ਆਉਂਦੇ ਨੇ ਤਾਂ ਇੱਥੇ ਹੀ ਗੰਗੂ ਬਾਮਨ ਵੀ ਇਸ ਥਾਂ ਤੇ ਹੀ ਹੁੰਦਾ, ਜੋ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਦਾਦੀ ਮਾਂ ਨੂੰ ਇੱਥੋਂ ਹੀ ਲੈ ਕੇ ਜਾਂਦਾ ਆਪਣੇ ਪਿੰਡ ਸਹੇੜੀ ਦੇ ਲਈ। ਬਾਬਾ ਕੁੰਮਾ ਮਾਸ਼ਕੀ ਜੀ ਦੀ ਯਾਦਗਾਰ ਦੇ ਦਰਸ਼ਨ ਕਰਕੇ ਹੁਣ ਅਸੀਂ ਰਵਾਨਾ ਹੋਏ ਆਪਣੇ ਅਗਲੇ ਪੜਾਅ ਤੇ। ਸਾਨੂੰ ਦੱਸਿਆ ਗਿਆ ਕਿ ਇਸ ਪਿੰਡ ਦੇ ਵਿੱਚ ਹੀ ਇੱਕ ਇਤਿਹਾਸਕ ਦਰਖਤ ਵੀ ਮੌਜੂਦ ਹੈ, ਜਿਸ ਦੇ ਨਾਲ ਬਾਬਾ ਕੁੰਮਾ ਮਾਸ਼ਕੀ ਜੀ ਆਪਣੀ ਬੇੜੀ ਬੰਨਿਆ ਕਰਦੇ ਸਨ। ਪਰ ਉਸ ਤੋਂ ਵੀ ਵੱਡਾ ਇਤਿਹਾਸ ਇਹ ਹੈ ਕਿ ਜਿਸ ਦਿਨ ਗੰਗੂ ਬਾਮਨ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਨੂੰ ਲਿਜਾਣ ਦੇ ਲਈ ਬਾਬਾ ਕੁੰਮਾ ਮਾਸ਼ਕੀ ਜੀ ਦੇ ਕੋਲ ਆਇਆ, ਤਾਂ ਬਾਬਾ ਕੁੰਮਾ ਮਾਸ਼ਕੀ ਜੀ ਇਹਨਾਂ ਤਿੰਨੇ ਰੱਬੀ ਰੂਹਾਂ ਨੂੰ ਆਪਣੀ ਚੁੱਗੀ ਤੋਂ ਲੈ ਕੇ ਬੇੜੀ ਦੇ ਵਿੱਚ ਬਿਠਾ ਕੇ ਉਸ ਪਿਲਕਨ ਦੇ ਦਰਖਤ ਤੱਕ ਲੈ ਕੇ ਆਏ। ਇਹਨਾਂ ਤਿੰਨਾਂ ਰੱਬੀ ਰੂਹਾਂ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਪਿਲਕਨ ਦਾ ਇਹ ਦਰਖਤ ਤੇ ਇਸ ਦੀ ਆਲੇ ਦੁਆਲੇ ਦੀ ਉਹ ਧਰਤੀ ਵੀ ਪਵਿੱਤਰਤਾ ਦਾ ਅਹਿਸਾਸ ਦਿਵਾਉਂਦੀ ਹੈ। ਇਸੇ ਲਈ ਇਸ ਪਿਲਕਨ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਬੜੇ ਉਤਸ਼ਾਹ ਦੇ ਨਾਲ ਅਸੀਂ ਚੱਲ ਪਏ ਇਹਨਾਂ ਉੱਬੜ ਖਾਬੜ ਭਰੇ ਰਾਹਾਂ ਦੇ ਉੱਪਰ। ਇਸ ਤੋਂ ਪਹਿਲਾਂ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸਨ ਬਾਬਾ ਕੁੰਮਾ ਮਾਸ਼ਕੀ ਜੀ ਦੇ ਘਰ ਦੇ, ਜਿੱਥੇ ਕਿ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਬਿਤਾਈ ਸੀ। ਸੋ ਅਗਲੇ ਦਿਨ, ਕਿਉਂਕਿ ਜਿਵੇਂ ਹੀ ਗੰਗੂ ਬਾਮਨ ਨੂੰ ਪਤਾ ਲੱਗਦਾ ਹੈ ਕਿ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦੇ ਬਾਬਾ ਕੁੰਮਾ ਮਾਸ਼ਕੀ ਜੀ ਦੇ ਠਹਿਰੇ ਸਨ, ਤੇ ਗੰਗੂ ਬਾਮਨ ਅਗਲੇ ਹੀ ਦਿਨ ਉਹਨਾਂ ਨੂੰ ਲਿਜਾਣ ਦੇ ਲਈ ਉੱਥੇ ਪਹੁੰਚ ਜਾਂਦਾ ਹੈ। ਤੇ ਅਸੀਂ ਇਸ ਵੇਲੇ ਜਿਸ ਥਾਂ ਤੇ ਮੌਜੂਦ ਹਾਂ, ਇਸ ਨੂੰ ਜਾਣਿਆ ਤਾਂ ਪਿੰਡ ਚੱਕ ਢੇਰਾਂ ਦੇ ਨਾਂ ਨਾਲ ਜਾਂਦੇ, ਪਰ ਜਿਸ ਥਾਂ ਤੇ ਅਸੀਂ ਮੌਜੂਦ ਹਾਂ ਇੱਥੇ ਉਹੀ ਦਰਖਤ ਜਿਹੜਾ ਮੌਜੂਦ ਹੈ, ਜਿੱਥੇ ਕਿ ਬਾਬਾ ਕੁੰਮਾ ਮਾਸ਼ਕੀ ਜੀ ਉਸ ਵੇਲੇ ਆਪਣੀ ਬੇੜੀ ਜਿਸ ਦਰਖਤ ਦੇ ਨਾਲ ਬੰਨਿਆ ਕਰਦੇ ਸਨ। ਕਿਉਂਕਿ ਜਿਵੇਂ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਆਪ ਜੀ ਨੂੰ ਦੱਸਿਆ ਕਿ ਇਹਨਾਂ ਥਾਵਾਂ ਦਾ ਜ਼ਿਕਰ ਇਤਿਹਾਸ ਦੇ ਵਿੱਚ ਤਾਂ ਜ਼ਰੂਰ ਆਉਂਦਾ ਸੀ, ਪਰ ਇਸ ਦੀ ਕਦੇ ਕਿਸੇ ਨੇ ਭਾਲ ਨਹੀਂ ਕੀਤੀ। ਜਦੋਂ ਇਹੀ ਜਾਣਕਾਰੀ ਜਿਹੜੀ ਹੈ ਉਹ ਸੁਰਿੰਦਰ ਸਿੰਘ ਖਾਲਸਾ ਜੀ ਹੋਰਾਂ ਦੇ ਕੋਲ ਆਉਂਦੀ ਹੈ, ਭਾਵੇਂ ਉਹ ਨਿੱਜੀ ਤੌਰ ਤੇ ਜ਼ਿਮੀਂਦਾਰ ਨੇ, ਖੇਤੀਬਾੜੀ ਦਾ ਕੰਮ ਕਰਦੇ ਨੇ, ਪਰ ਖਾਲਸਾ ਜੀ ਦੀ ਬਦੌਲਤ ਅੱਜ ਅਸੀਂ ਇਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਪਾ ਰਹੇ ਹਾਂ। ਤੇ ਇਸ ਵੇਲੇ ਜਿਸ ਤੁਸੀਂ ਇਤਿਹਾਸਕ ਦਰਖਤ ਤੇ ਦਰਸ਼ਨ ਕਰ ਰਹੇ ਹੋ, ਆਖਿਆ ਜਾਂਦਾ ਕਿ ਇਹੀ ਪਿਲਕਨ ਦਾ ਉਹ ਇਤਿਹਾਸਕ ਦਰਖਤ ਹੈ ਜਿਸ ਦੇ ਨਾਲ ਉਸ ਵੇਲੇ ਬਾਬਾ ਕੁੰਮਾ ਮਾਸ਼ਕੀ ਜੀ ਆਪਣੀ ਬੇੜੀ ਬੰਨਿਆ ਕਰਦੇ ਸਨ। ਤੇ ਇਤਿਹਾਸ ਆਖਦਾ ਹੈ ਕਿ ਜਦੋਂ ਗੰਗੂ ਬਾਮਨ ਛੋਟੇ ਸਾਹਿਬਜ਼ਾਦਿਆਂ ਤੇ ਦਾਦੀ ਮਾਂ ਨੂੰ ਲਿਜਾਣ ਦੇ ਲਈ, ਕਿਉਂਕਿ ਉਸ ਦਾ ਪਿੰਡ ਸਹੇੜੀ ਦੱਸਿਆ ਜਾਂਦਾ, ਤਾਂ ਉੱਥੇ ਤੱਕ ਲਿਜਾਣ ਦੇ ਲਈ ਇੱਥੇ ਆਏ ਸਨ, ਤਾਂ ਬਾਬਾ ਕੁੰਮਾ ਮਾਸ਼ਕੀ ਜੀ ਅਗਲੀ ਸਵੇਰ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਬੇੜੀ ਦੇ ਵਿੱਚ ਬਿਠਾ ਕੇ ਇੱਥੇ ਕਿਨਾਰੇ ਤੇ ਲੈ ਕੇ ਆਉਂਦੇ ਨੇ। ਕਿਉਂਕਿ ਕਿਸੇ ਵੇਲੇ ਇੱਥੇ ਸਤਲੁਜ ਦਰਿਆ ਵਹਿੰਦਾ ਸੀ, ਜੋ ਕਿ ਅੱਜ ਕੱਲ੍ਹ ਇੱਥੋਂ ਕਾਫੀ ਦੂਰ ਹਟ ਕੇ ਹੁਣ ਵਹਿੰਦਾ, ਜਿੱਥੇ ਕਿ ਸਰਸਾ ਅਤੇ ਸਤਲੁਜ ਦਾ ਸੁਮੇਲ ਹੋ ਜਾਂਦਾ, ਕਿਉਂਕਿ ਸਰਸਾ ਨਦੀ ਜਿਹੜੀ ਪਿੱਛੋਂ ਤੋਂ ਆਉਂਦੀ ਹੈ ਉਹ ਇਸੇ ਪਿੰਡ ਜਿਹੜਾ ਚੱਕ ਢੇਰਾ ਹੈ ਉਹਦੇ ਨੇੜੇ ਜਿੱਥੇ ਦਰਿਆ ਵਗਦਾ ਹੈ।
ਤੇ ਉਹਦੇ ਵਿੱਚ ਉਸ ਦਾ ਸੁਮੇਲ ਹੋ ਜਾਂਦਾ, ਉਸ ਦੇ ਵਿੱਚ ਸਮਾ ਜਾਂਦੀ ਹੈ। ਤੇ ਜਦੋਂ ਸੁਰਿੰਦਰ ਸਿੰਘ ਖਾਲਸਾ ਜੀ ਹੋਰਾਂ ਵੱਲੋਂ ਇਸ ਪਵਿੱਤਰ ਦਰਖਤ ਦੀ ਭਾਲ ਕੀਤੀ ਗਈ, ਕਿਉਂਕਿ ਕਾਫੀ ਘਾਲਣਾ ਉਹਨਾਂ ਨੂੰ ਇਸ ਸਮੇਂ ਦੌਰਾਨ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਕਾਫੀ ਜਹਿਦ ਤੋਂ ਬਾਅਦ ਜਦੋਂ ਖਾਲਸਾ ਜੀ ਵੱਲੋਂ ਇਸ ਦਰਖਤ ਦੀ ਭਾਲ ਕਰ ਲਈ ਜਾਂਦੀ ਹੈ ਤਾਂ ਉਹਨਾਂ ਵੱਲੋਂ ਜਿਹੜਾ ਇੱਥੇ ਇੱਕ ਗੁਰੂ ਘਰ ਦਾ ਜਿਹੜਾ ਉੱਥੇ ਪ੍ਰਬੰਧ ਕੀਤਾ ਜਾਂਦਾ, ਕਿਉਂਕਿ ਇਹ ਵੀ ਇੱਕ ਇਤਿਹਾਸਕ ਸਥਾਨ ਹੈ ਜਿਸ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਉਹਨਾਂ ਦੀ ਬਦੌਲਤ ਹੀ ਅੱਜ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਆ ਉਹ ਇਸ ਦੇ ਦਰਸ਼ਨ ਕਰ ਰਹੀਆਂ ਨੇ। ਸੋ ਜਿਵੇਂ ਹੀ ਪਤਾ ਚੱਲਦਾ ਕਿ ਇੱਥੇ ਇੱਕ ਇਤਿਹਾਸਕ ਸਥਾਨ ਹੈ, ਅਜੇ ਵੀ ਉਹ ਦਰਖਤ ਮੌਜੂਦ ਹੈ, ਤਾਂ ਇਸ ਦੀ ਮਹਾਨਤਾ ਨੂੰ, ਇਸ ਦੀ ਮਹੱਤਤਾ ਨੂੰ ਵੇਖਦੇ ਹੋਏ ਇੱਥੇ ਇੱਕ ਗੁਰੂ ਘਰ ਦਾ ਜਿਹੜਾ ਨਿਰਮਾਣ ਕੀਤਾ ਗਿਆ, ਜਿਸ ਨੂੰ ਗੁਰਦੁਆਰਾ ਪਿਲਕਣ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੇ ਉਹ ਪਿਲਕਣ ਦਾ ਦਰਖਤ ਵੀ ਅਜੇ ਵੀ ਇਸ ਥਾਂ ਤੇ ਮੌਜੂਦ ਹੈ। ਤੇ ਜਿਵੇਂ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਬਾਬਾ ਕੁੰਮਾ ਮਾਸ਼ਕੀ ਜੀ ਦੇ, ਜਿੱਥੇ ਕਿ ਉਹਨਾਂ ਦਾ ਘਰ ਹੋਇਆ ਕਰਦਾ ਸੀ, ਤਾਂ ਉੱਥੋਂ ਜਦੋਂ ਇੱਥੇ ਲੈ ਕੇ ਆਉਂਦੇ ਨੇ ਤਾਂ ਇੱਥੇ ਹੀ ਗੰਗੂ ਬਾਮਨ ਵੀ ਇਸ ਥਾਂ ਤੇ ਹੀ ਹੁੰਦਾ, ਜੋ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਦਾਦੀ ਮਾਂ ਨੂੰ ਇੱਥੋਂ ਹੀ ਲੈ ਕੇ ਜਾਂਦਾ ਆਪਣੇ ਪਿੰਡ ਸਹੇੜੀ ਦੇ ਲਈ। ਬਾਬਾ ਕੁੰਮਾ ਮਾਸ਼ਕੀ ਜੀ ਦੀ ਯਾਦਗਾਰ ਦੇ ਦਰਸ਼ਨ ਕਰਕੇ ਹੁਣ ਅਸੀਂ ਰਵਾਨਾ ਹੋਏ ਆਪਣੇ ਅਗਲੇ ਪੜਾਅ ਤੇ। ਸਾਨੂੰ ਦੱਸਿਆ ਗਿਆ ਕਿ ਇਸ ਪਿੰਡ ਦੇ ਵਿੱਚ ਹੀ ਇੱਕ ਇਤਿਹਾਸਕ ਦਰਖਤ ਵੀ ਮੌਜੂਦ ਹੈ, ਜਿਸ ਦੇ ਨਾਲ ਬਾਬਾ ਕੁੰਮਾ ਮਾਸ਼ਕੀ ਜੀ ਆਪਣੀ ਬੇੜੀ ਬੰਨਿਆ ਕਰਦੇ ਸਨ। ਪਰ ਉਸ ਤੋਂ ਵੀ ਵੱਡਾ ਇਤਿਹਾਸ ਇਹ ਹੈ ਕਿ ਜਿਸ ਦਿਨ ਗੰਗੂ ਬਾਮਨ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਨੂੰ ਲਿਜਾਣ ਦੇ ਲਈ ਬਾਬਾ ਕੁੰਮਾ ਮਾਸ਼ਕੀ ਜੀ ਦੇ ਕੋਲ ਆਇਆ, ਤਾਂ ਬਾਬਾ ਕੁੰਮਾ ਮਾਸ਼ਕੀ ਜੀ ਇਹਨਾਂ ਤਿੰਨੇ ਰੱਬੀ ਰੂਹਾਂ ਨੂੰ ਆਪਣੀ ਚੁੱਗੀ ਤੋਂ ਲੈ ਕੇ ਬੇੜੀ ਦੇ ਵਿੱਚ ਬਿਠਾ ਕੇ ਉਸ ਪਿਲਕਣ ਦੇ ਦਰਖਤ ਤੱਕ ਲੈ ਕੇ ਆਏ। ਇਹਨਾਂ ਤਿੰਨਾਂ ਰੱਬੀ ਰੂਹਾਂ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਪਿਲਕਣ ਦਾ ਇਹ ਦਰਖਤ ਤੇ ਇਸ ਦੀ ਆਲੇ ਦੁਆਲੇ ਦੀ ਉਹ ਧਰਤੀ ਵੀ ਪਵਿੱਤਰਤਾ ਦਾ ਅਹਿਸਾਸ ਦਿਵਾਉਂਦੀ ਹੈ। ਇਸੇ ਲਈ ਇਸ ਪਿਲਕਣ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਬੜੇ ਉਤਸ਼ਾਹ ਦੇ ਨਾਲ ਅਸੀਂ ਚੱਲ ਪਏ ਇਹਨਾਂ ਉੱਬੜ ਖਾਬੜ ਭਰੇ ਰਾਹਾਂ ਦੇ ਉੱਪਰ। ਇਸ ਤੋਂ ਪਹਿਲਾਂ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸਨ ਬਾਬਾ ਕੁੰਮਾ ਮਾਸ਼ਕੀ ਜੀ ਦੇ ਘਰ ਦੇ, ਜਿੱਥੇ ਕਿ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਬਿਤਾਈ ਸੀ। ਸੋ ਅਗਲੇ ਦਿਨ ਕਿਉਂਕਿ ਜਿਵੇਂ ਹੀ ਗੰਗੂ ਬਾਮਨ ਨੂੰ ਪਤਾ ਲੱਗਦਾ ਹੈ ਕਿ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦੇ ਬਾਬਾ ਕੁੰਮਾ ਮਾਸ਼ਕੀ ਜੀ ਦੇ ਠਹਿਰੇ ਸਨ, ਤੇ ਗੰਗੂ ਬਾਮਨ ਅਗਲੇ ਹੀ ਦਿਨ ਉਹਨਾਂ ਨੂੰ ਲਿਜਾਣ ਦੇ ਲਈ ਉੱਥੇ ਪਹੁੰਚ ਜਾਂਦਾ ਹੈ। ਤੇ ਅਸੀਂ ਇਸ ਵੇਲੇ ਜਿਸ ਥਾਂ ਤੇ ਮੌਜੂਦ ਹਾਂ ਇਸ ਨੂੰ ਜਾਣਿਆ ਤਾਂ ਪਿੰਡ ਚੱਕ ਢੇਰਾਂ ਦੇ ਨਾਂ ਨਾਲ ਜਾਂਦੇ, ਪਰ ਜਿਸ ਥਾਂ ਤੇ ਅਸੀਂ ਮੌਜੂਦ ਹਾਂ ਇੱਥੇ ਉਹੀ ਦਰਖਤ ਜਿਹੜਾ ਮੌਜੂਦ ਹੈ ਜਿੱਥੇ ਕਿ ਬਾਬਾ ਕੁੰਮਾ ਮਾਸ਼ਕੀ ਜੀ ਉਸ ਵੇਲੇ ਆਪਣੀ ਬੇੜੀ ਜਿਸ ਦਰਖਤ ਦੇ ਨਾਲ ਬੰਨਿਆ ਕਰਦੇ ਸਨ, ਕਿਉਂਕਿ ਜਿਵੇਂ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਆਪ ਜੀ ਨੂੰ ਦੱਸਿਆ ਕਿ ਇਹਨਾਂ ਥਾਵਾਂ ਦਾ ਜ਼ਿਕਰ ਇਤਿਹਾਸ ਦੇ ਵਿੱਚ ਤਾਂ ਜ਼ਰੂਰ ਆਉਂਦਾ ਸੀ, ਪਰ ਇਸ ਦੀ ਕਦੇ ਕਿਸੇ ਨੇ ਭਾਲ ਨਹੀਂ ਕੀਤੀ। ਜਦੋਂ ਇਹੀ ਜਾਣਕਾਰੀ ਜਿਹੜੀ ਹੈ ਉਹ ਸੁਰਿੰਦਰ ਸਿੰਘ ਖਾਲਸਾ ਜੀ ਹੋਰਾਂ ਦੇ ਕੋਲ ਆਉਂਦੀ ਹੈ, ਭਾਵੇਂ ਉਹ ਨਿੱਜੀ ਤੌਰ ਤੇ ਜ਼ਿਮੀਂਦਾਰ ਨੇ, ਖੇਤੀਬਾੜੀ ਦਾ ਕੰਮ ਕਰਦੇ ਨੇ, ਪਰ ਖਾਲਸਾ ਜੀ ਦੀ ਬਦੌਲਤ ਅੱਜ ਅਸੀਂ ਇਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਪਾ ਰਹੇ ਹਾਂ। ਤੇ ਇਸ ਵੇਲੇ ਜਿਸ ਤੁਸੀਂ ਇਤਿਹਾਸਕ ਦਰਖਤ ਤੇ ਦਰਸ਼ਨ ਕਰ ਰਹੇ ਹੋ, ਆਖਿਆ ਜਾਂਦਾ ਕਿ ਇਹੀ ਪਿਲਕਣ ਦਾ ਉਹ ਇਤਿਹਾਸਕ ਦਰਖਤ ਹੈ ਜਿਸ ਦੇ ਨਾਲ ਉਸ ਵੇਲੇ ਬਾਬਾ ਕੁੰਮਾ ਮਾਸ਼ਕੀ ਜੀ ਆਪਣੀ ਬੇੜੀ ਬੰਨਿਆ ਕਰਦੇ ਸਨ। ਤੇ ਇਤਿਹਾਸ ਆਖਦਾ ਹੈ ਕਿ ਜਦੋਂ ਗੰਗੂ ਬਾਮਨ ਛੋਟੇ ਸਾਹਿਬਜ਼ਾਦਿਆਂ ਤੇ ਦਾਦੀ ਮਾਂ ਨੂੰ ਲਿਜਾਣ ਦੇ ਲਈ, ਕਿਉਂਕਿ ਉਸ ਦਾ ਪਿੰਡ ਸਹੇੜੀ ਦੱਸਿਆ ਜਾਂਦਾ, ਤਾਂ ਉੱਥੇ ਤੱਕ ਲਿਜਾਣ ਦੇ ਲਈ ਇੱਥੇ ਆਏ ਸਨ, ਤਾਂ ਬਾਬਾ ਕੁੰਮਾ ਮਾਸ਼ਕੀ ਜੀ ਅਗਲੀ ਸਵੇਰ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਬੇੜੀ ਦੇ ਵਿੱਚ ਬਿਠਾ ਕੇ ਇੱਥੇ ਕਿਨਾਰੇ ਤੇ ਲੈ ਕੇ ਆਉਂਦੇ ਨੇ, ਕਿਉਂਕਿ ਕਿਸੇ ਵੇਲੇ ਇੱਥੇ ਸਤਲੁਜ ਦਰਿਆ ਵਹਿੰਦਾ ਸੀ, ਜੋ ਕਿ ਅੱਜ ਕੱਲ੍ਹ ਇੱਥੋਂ ਕਾਫੀ ਦੂਰ ਹਟ ਕੇ ਹੁਣ ਵਹਿੰਦਾ, ਜਿੱਥੇ ਕਿ ਸਰਸਾ ਅਤੇ ਸਤਲੁਜ ਦਾ ਸੁਮੇਲ ਹੋ ਜਾਂਦਾ, ਕਿਉਂਕਿ ਸਰਸਾ ਨਦੀ ਜਿਹੜੀ ਪਿੱਛੋਂ ਤੋਂ ਆਉਂਦੀ ਹੈ ਉਹ ਇਸੇ ਪਿੰਡ ਜਿਹੜਾ ਚੱਕ ਢੇਰਾ ਹੈ ਉਹਦੇ ਨੇੜੇ ਜਿੱਥੇ ਦਰਿਆ ਵਗਦਾ ਹੈ।
ਤੇ ਉਹਦੇ ਵਿੱਚ ਉਸ ਦਾ ਸੁਮੇਲ ਹੋ ਜਾਂਦਾ, ਉਸ ਦੇ ਵਿੱਚ ਸਮਾ ਜਾਂਦੀ ਹੈ। ਤੇ ਜਦੋਂ ਸੁਰਿੰਦਰ ਸਿੰਘ ਖਾਲਸਾ ਜੀ ਹੋਰਾਂ ਵੱਲੋਂ ਇਸ ਪਵਿੱਤਰ ਦਰਖਤ ਦੀ ਭਾਲ ਕੀਤੀ ਗਈ, ਕਿਉਂਕਿ ਕਾਫੀ ਘਾਲਣਾ ਉਹਨਾਂ ਨੂੰ ਇਸ ਸਮੇਂ ਦੌਰਾਨ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਕਾਫੀ ਜਹਿਦ ਤੋਂ ਬਾਅਦ ਜਦੋਂ ਖਾਲਸਾ ਜੀ ਵੱਲੋਂ ਇਸ ਦਰਖਤ ਦੀ ਭਾਲ ਕਰ ਲਈ ਜਾਂਦੀ ਹੈ ਤਾਂ ਉਹਨਾਂ ਵੱਲੋਂ ਜਿਹੜਾ ਇੱਥੇ ਇੱਕ ਗੁਰੂ ਘਰ ਦਾ ਜਿਹੜਾ ਉੱਥੇ ਪ੍ਰਬੰਧ ਕੀਤਾ ਜਾਂਦਾ, ਕਿਉਂਕਿ ਇਹ ਵੀ ਇੱਕ ਇਤਿਹਾਸਕ ਸਥਾਨ ਹੈ ਜਿਸ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਉਹਨਾਂ ਦੀ ਬਦੌਲਤ ਹੀ ਅੱਜ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਆ ਉਹ ਇਸ ਦੇ ਦਰਸ਼ਨ ਕਰ ਰਹੀਆਂ ਨੇ। ਸੋ ਜਿਵੇਂ ਹੀ ਪਤਾ ਚੱਲਦਾ ਕਿ ਇੱਥੇ ਇੱਕ ਇਤਿਹਾਸਕ ਸਥਾਨ ਹੈ, ਅਜੇ ਵੀ ਉਹ ਦਰਖਤ ਮੌਜੂਦ ਹੈ, ਤਾਂ ਇਸ ਦੀ ਮਹਾਨਤਾ ਨੂੰ, ਇਸ ਦੀ ਮਹੱਤਤਾ ਨੂੰ ਵੇਖਦੇ ਹੋਏ ਇੱਥੇ ਇੱਕ ਗੁਰੂ ਘਰ ਦਾ ਜਿਹੜਾ ਨਿਰਮਾਣ ਕੀਤਾ ਗਿਆ, ਜਿਸ ਨੂੰ ਗੁਰਦੁਆਰਾ ਪਿਲਕਣ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੇ ਉਹ ਪਿਲਕਣ ਦਾ ਦਰਖਤ ਵੀ ਅਜੇ ਵੀ ਇਸ ਥਾਂ ਤੇ ਮੌਜੂਦ ਹੈ। ਤੇ ਜਿਵੇਂ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਬਾਬਾ ਕੁੰਮਾ ਮਾਸ਼ਕੀ ਜੀ ਦੇ, ਜਿੱਥੇ ਕਿ ਉਹਨਾਂ ਦਾ ਘਰ ਹੋਇਆ ਕਰਦਾ ਸੀ, ਤਾਂ ਉੱਥੋਂ ਜਦੋਂ ਇੱਥੇ ਲੈ ਕੇ ਆਉਂਦੇ ਨੇ ਤਾਂ ਇੱਥੇ ਹੀ ਗੰਗੂ ਬਾਮਨ ਵੀ ਇਸ ਥਾਂ ਤੇ ਹੀ ਹੁੰਦਾ, ਜੋ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਦਾਦੀ ਮਾਂ ਨੂੰ ਇੱਥੋਂ ਹੀ ਲੈ ਕੇ ਜਾਂਦਾ ਆਪਣੇ ਪਿੰਡ ਸਹੇੜੀ ਦੇ ਲਈ। ਸੋ ਅਗਲੀ ਕੜੀ ਦੇ ਵਿੱਚ ਅਗਲੇ ਥਾਵਾਂ ਦੇ ਤੁਹਾਨੂੰ ਲੈ ਕੇ ਚੱਲਾਂਗੇ, ਜੋ ਕਿ ਇਸ ਦੁਖਾਂਤਕ ਤਾਂ ਜ਼ਰੂਰ ਹੈ ਪਰ ਇੱਕ ਵੱਡੇ ਇਤਿਹਾਸ ਦਾ ਹਿੱਸਾ ਵੀ ਬਣੀਆਂ ਹੋਈਆਂ। ਸੋ ਬਣੇ ਰਹਿਣਾ ਦੈਨਿਕ ਸਵੇਰਾ ਟੀਵੀ ਤੇ। ਕੈਮਰਾਮੈਨ ਪਵਨ ਕਨੋਜੀਆ ਦੇ ਨਾਲ ਸੁਰੂਚੀ, ਪਿੰਡ ਚੱਕ ਢੇਰਾ, ਰੋਪੜ।